ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਸ਼ਤਰ ਤਖਤ ਤਥਾ ਵਕਤ ਦੇ ਮਾਲਕ ਗੁਰਤਾ ਗੱਦੀ ਤੇ ਬਿਰਾਜਮਾਨ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਜ਼ਾਹਰਾ ਜ਼ਹੂਰ ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮੁਕੱਦਸ ਹਜ਼ੂਰੀ ਦੇ ਅੰਦਰ ਜੁੜ ਬੈਠੀ ਆਪ ਸਮੂਹ ਗੁਰੂ ਰੂਪ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀ ਵੱਡਿਆਂ ਭਾਗਾਂ ਵਾਲੇ ਹੋ ਜੋ ਅੰਮ੍ਰਿਤ ਵੇਲੇ ਤੋਂ ਹੁਣ ਤੱਕ ਸਜੇ ਇਹਨਾਂ ਦੀਵਾਨਾਂ ਦੇ ਅੰਦਰ ਹਾਜ਼ਰੀਆਂ ਭਰ ਕੇ ਅੰਮ੍ਰਿਤਮਈ ਗੁਰਬਾਣੀ ਦੇ ਹਰ ਜਸ ਕੀਰਤਨ ਸਰਵਣ ਕਰਕੇ ਪਾਠ ਸਰਵਣ ਕਰਕੇ ਆਪਣੇ ਕੀਮਤੀ ਸਮੇਂ ਨੂੰ ਸਫਲ ਕਰਨ ਦਾ ਸਫਲ ਯਤਨ ਕਰ ਰਹੇ ਹੋ। ਰੋਜ਼ਾਨਾ ਦੀ ਤਰ੍ਹਾਂ ਅੱਜ ਅੰਮ੍ਰਿਤ ਵੇਲੇ ਸਤਿਗੁਰਾਂ ਨੇ ਤਰੁੱਠ ਕੇ ਜੋ ਅੰਮ੍ਰਿਤ ਵਾਗ ਬਖਸ਼ਿਸ਼ ਕੀਤਾ ਹੈ ਉਸ ਦਾ ਮੂਲ ਪਾਠ ਆਪਾਂ ਸਰਵਣ ਕੀਤਾ ਹੈ। ਸੋ ਆਓ ਸੀਮਿਤ ਸਮੇਂ ਦੇ ਅੰਦਰ ਰਹਿੰਦਿਆਂ ਹੋਇਆਂ ਇਸ ਪਾਵਨ ਗੁਰ ਸ਼ਬਦ ਦੀ ਵਿਚਾਰ ਕਰਨ ਦਾ ਯਤਨ ਕਰੀਏ। ਆਓ ਇੱਕ ਵਾਰੀ ਆਪਣੀਆਂ ਮਨ ਬਿਰਤੀਆਂ ਕਰੋ ਇਕਾਗਰ, ਰਸਨਾ ਤੋਂ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ। ਸੋਰਠ ਮਹੱਲਾ ਪੰਜਵਾਂ। ਸੋਰਠ ਰਾਗ ਦਾ ਨਾਮ ਹੈ ਤੇ ਰਾਗ ਦੇ ਨਾਮ ਦੇ ਵਿੱਚ ਸ਼ਬਦ ਦੀ ਜਿਹੜੀ ਇਮੋਸ਼ਨਲ ਗ੍ਰਾਮਰ ਹੈ ਉਹ ਛੁਪੀ ਹੈ। ਇਸੇ ਕਰਕੇ ਇਹੋ ਕਾਰਨ ਹੈ। ਵੈਸੇ ਮੁੱਖ ਰਾਗਾਂ ਦੀ ਜੇ ਤਰਤੀਬ ਗਿਣੀਏ ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ 31 ਰਾਗ ਹਨ, ਪਰ ਜੇ ਕਿਤੇ ਨਾਲ ਮਿਸ਼ਰਤ ਰਾਗਾਂ ਨੂੰ ਵੀ ਗਿਣੀਏ ਜਿਵੇਂ ਗੌੜੀ ਹੈ 18-19 ਪ੍ਰਕਾਰ ਦੀ ਗੱਲੀ ਗੌੜੀ ਹੈ। ਇਸੇ ਤਰ੍ਹਾਂ ਸੋਰਠ ਤੇ ਇਹ ਕੁੱਲ ਮਿਲਾ ਕੇ 62 ਸੰਖਿਆ ਬਣ ਜਾਂਦੀ ਹੈ। 31 ਤੇ 31 62 ਜੇ ਵਿਚਲੇ ਛੋਟੇ ਮਿਸ਼ਰਤ ਰਾਗਾਂ ਨੂੰ ਵੀ ਗਿਣ ਲਈਏ। ਸੋਰਠ ਦਾ ਅਰਥ ਹੈ ਜੇ ਇਹਨੂੰ ਤੋੜਾਂਗੇ ਸ਼ਬਦ ਨੂੰ ਸੋਰਠ, ਸੋ ਦਾ ਅਰਥ ਹੈ ਉਹ ਅਤੇ ਰਟ ਦਾ ਅਰਥ ਹੈ ਰਟਣਾ, ਸਿਮਰਨ ਕਰਨਾ, ਯਾਦ ਕਰਨਾ, ਚੇਤੇ ਕਰਨਾ। ਭਾਵ ਕਿ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਕਰਨਾ, ਉਹਦਾ ਸਿਮਰਨ ਕਰਨਾ, ਬਾਰ-ਬਾਰ ਉਹਨੂੰ ਧਿਆਣਾ, ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਇਹ ਮਨ ਤਨ ਤ੍ਰਪੀਐ। ਇਹ ਹੈ ਸੋਰਠ ਦਾ ਵਿਆਖਿਆ ਕਿ ਸੋਰਠ ਦਾ ਕੀ ਅਰਥ ਹੈ। ਸੋ ਆਓ ਗੁਰ ਸ਼ਬਦ ਦੀ ਆਰੰਭਤਾ ਕਰੀਏ। ਸਤਿਗੁਰੂ ਜੀ ਕਹਿੰਦੇ ਪਰਮੇਸ਼ਰ ਦਿੱਤਾ ਬੰਨਾ ਦੁਖ ਰੋਗ ਕਾ ਡੇਰਾ ਭੰਨਾ। ਇਸ ਪਾਵਨ ਸ਼ਬਦ ਦਾ ਜਿਹੜਾ ਸੰਬੰਧ ਹੈ ਉਹ ਇਤਿਹਾਸ ਦੇ ਨਾਲ ਵੀ ਹੈ। ਬਹੁਤ ਸਾਰੇ ਐਸੇ ਸ਼ਬਦ ਹਨ ਜਿਹੜੇ ਇਤਿਹਾਸ ਦੇ ਨਾਲ ਸੰਬੰਧ ਰੱਖਦੇ ਹਨ, ਪਰ ਇਹਦਾ ਮਤਲਬ ਇਹ ਨਹੀਂ ਕਿ ਉਹ ਸਿਰਫ ਇਤਿਹਾਸ ਦੇ ਨਾਲ ਹੀ ਸੰਬੰਧ ਰੱਖਦੇ ਹਨ। ਨਹੀਂ, ਉਹ ਅਜੋਕੇ ਸਮੇਂ ਦੇ ਵਿੱਚ ਵੀ ਸਾਡੇ ਪਥ ਪ੍ਰਦਰਸ਼ਕ ਹਨ, ਸਾਡੇ ਮਾਰਗ ਦੀ ਅਗਵਾਈ ਕਰਦੇ ਹਨ ਅਤੇ ਸਾਨੂੰ ਸੇਧ ਦਿੰਦੇ ਹਨ। ਇਸ ਪਾਵਨ ਸ਼ਬਦ ਦਾ ਇਤਿਹਾਸ ਇਸ ਤਰ੍ਹਾਂ ਹੈ ਕਿ ਜਦੋਂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਵੱਡੇ ਭਰਾਤਾ ਪ੍ਰਿਥੀ ਚੰਦ ਜੀ ਅਤੇ ਉਹਨਾਂ ਦੀ ਪਤਨੀ ਬੀਬੀ ਕਰਮੋ ਇਹ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਅਤੇ ਮਾਤਾ ਗੰਗਾ ਜੀ ਨੂੰ ਰੋਜ਼ਾਨਾ ਵੱਖੋ ਵੱਖਰੇ ਕਿਸਮ ਦੇ ਨਾਲ ਤਾਨੇ ਮਿਹਣੇ ਦਿੰਦੇ ਸਨ ਕਿ ਤੁਹਾਡੀ ਕਿਹੜਾ ਕੋਈ ਔਲਾਦ ਹੈ, ਤੁਸੀਂ ਉਤਰੇ ਹੀ ਜੱਗ ਤੋਂ ਚਲੇ ਜਾਣਾ ਹੈ। ਤੇ ਇੱਕ ਦਿਨ ਜੇ ਮੈਂ ਕੋਈ ਗੱਦੀ ਦਾ ਵਾਰਿਸ ਨਾ ਬਣ ਸਕਿਆ ਤੇ ਮੇਰਾ ਪੁੱਤਰ ਮਿਹਰਬਾਨ ਜ਼ਰੂਰ ਇਸ ਗੱਦੀ ਦਾ ਵਾਰਿਸ ਬਣ ਜਾਵੇਗਾ। ਕਿਉਂ? ਕਿਉਂਕਿ ਪ੍ਰਿਥੀ ਚੰਦ ਜੀ ਘਰ ਦੇ ਵਿੱਚੋਂ ਵੱਡੇ ਸਨ ਅਤੇ ਉਹਨਾਂ ਤੋਂ ਛੋਟੇ ਸਨ ਮਹਾਦੇਵ ਅਤੇ ਤੀਸਰੇ ਸਨ ਗੁਰੂ ਅਰਜਨ ਦੇਵ ਮਹਾਰਾਜ ਅਤੇ ਤਿੰਨਾਂ ਦੇ ਕੋਲ ਇੱਕ ਗੁਣ ਸੀ। ਪ੍ਰਿਥੀ ਚੰਦ ਕੋ ਸ਼ਕਤੀ, ਮਹਾਦੇਵ ਜੀ ਕੋ ਮਸਤੀ ਅਤੇ ਗੁਰੂ ਅਰਜਨ ਸਾਹਿਬ ਕੋ ਭਗਤੀ। ਤਿੰਨਾਂ ਦੇ ਵਿੱਚ ਇੱਕ ਰੰਗ ਸੀ। ਤੇ ਖੈਰ ਭਗਤੀ ਰੰਗ ਵਿੱਚ ਰੰਗੇ ਹੋਣ ਕਰਕੇ ਗੁਰਿਆਈ ਗੁਰੂ ਅਰਜਨ ਸਾਹਿਬ ਜੀ ਪਾਸ ਆਈ ਤੇ ਪ੍ਰਿਥੀ ਚੰਦ ਜੀ ਨੇ ਕੁਝ ਈਰਖਾ ਕੀਤੀ, ਤਾਨੇ ਮਿਹਣੇ ਦੇਣੇ ਸ਼ੁਰੂ ਕੀਤੇ। ਖੈਰ ਸਮਾਂ ਪਾ ਕੇ ਸਤਿਗੁਰੂ ਜੀ ਦੀ ਬਖਸ਼ਿਸ਼ ਹੋਈ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੋਇਆ ਤੇ ਸਤਿਗੁਰੂ ਜੀ ਨੇ ਸ਼ੁਕਰਾਨਾ ਕਰਦਿਆਂ ਅਕਾਲ ਪੁਰਖ ਵਾਹਿਗੁਰੂ ਨੂੰ ਸੰਬੋਧਨ ਕਰਦਿਆਂ ਕਿਹਾ, ਕਹਿੰਦੇ ਪਰਮੇਸ਼ਰ ਦਿੱਤਾ ਬੰਨਾ। ਬੰਨੇ ਦਾ ਅਰਥ ਹੈ ਪੁੱਤਰ। ਸਾਡੇ ਪੰਜਾਬੀ ਸੱਭਿਆਚਾਰ ਦੇ ਵਿੱਚ ਇੱਕ ਅਸੀਂ ਗੀਤ ਆਮ ਵਿਆਹਾਂ ਤੇ ਸੁਣਿਆ ਹੈ, ਪਾਣੀ ਵਾਰ ਬੰਨੇ ਦੀ ਮਾਏ ਬੰਨਾ ਤੇਰਾ ਬਾਹਰ ਖੜਾ। ਭਾਵ ਕਿ ਬੰਨੇ ਦਾ ਅਰਥ ਹੈ ਪੁੱਤਰ। ਪੁੱਤਰ ਨੂੰ ਸੰਕੇਤ ਕਰਦਿਆਂ ਉਹਦੀਆਂ ਸਖੀ ਸਹੇਲੀਆਂ ਮਾਂ ਨੂੰ ਕਹਿੰਦੀਆਂ ਹਨ ਕਿ ਪਾਣੀ ਵਾਰ ਜਾ ਕੇ ਤੇ ਤੇਰਾ ਪੁੱਤਰ ਨੂੰ ਵਿਆਹ ਕੇ ਲਿਆਇਆ ਹੈ।
ਸੋ ਬੰਨੇ ਦਾ ਅਰਥ ਹੈ ਪੁੱਤਰ, ਤੇ ਦੁੱਖ ਰੋਗ ਕਾ ਡੇਰਾ ਭੰਨਾ। ਤੇ ਜਿਹੜੇ ਤਾਨੇ ਮਿਹਣੇ ਦੇ ਦੇ ਕੇ ਮਾਤਾ ਗੰਗਾ ਜੀ ਕਈ ਵਾਰ ਦੁਖੀ ਵੀ ਹੋ ਜਾਂਦੇ ਸਨ। ਕਿਉਂ? ਕਿਉਂਕਿ ਕਿੰਨਾ ਕੁ ਚਿਰ ਕੋਈ ਕਿਸੇ ਦੀਆਂ ਗੱਲਾਂ ਸੁਣ ਸਕਦਾ ਹੈ। ਤੇ ਦੁੱਖ ਰੋਗ ਕਾ ਡੇਰਾ ਭੰਨਾ। ਤੇ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਸ਼ੁਕਰਾਨਾ ਕਰਦਿਆਂ ਕਿਹਾ ਕਿ हे ਪਰਮੇਸ਼ਰ ਜੀ, ਤੁਸੀਂ ਮੈਨੂੰ ਪੁੱਤਰ ਦਿੱਤਾ ਹੈ, ਤੇ ਹੁਣ ਜਿਹੜੇ ਇਹ ਤਾਨੇ ਮਿਹਣਿਆਂ ਦਾ ਦੁੱਖ ਸੀ ਇਹ ਭੰਨਿਆ ਗਿਆ, ਕੱਟਿਆ ਗਿਆ, ਟੁੱਟ ਗਿਆ। ਤੇ ਜੇ ਇਹਦਾ ਅਰਥ ਨੂੰ ਕੁਝ ਵੱਖਰੇ ਤਰੀਕੇ ਨਾਲ ਕਰੀਏ, ਪਰਮੇਸ਼ਰ ਦਿੱਤਾ ਬੰਨਾ, ਇੱਥੇ ਦੂਸਰਾ ਬੰਨੇ ਦਾ ਅਰਥ ਹੈ ਗਿਆਨ, ਕਿ ਸਤਿਗੁਰਾਂ ਨੇ, ਪਰਮੇਸ਼ਰ ਨੇ, ਅਕਾਲ ਪੁਰਖ ਵਾਹਿਗੁਰੂ ਨੇ ਮੈਨੂੰ ਗਿਆਨ ਰੂਪੀ ਪੁੱਤਰ ਦਿੱਤਾ। ਭਾਵ ਕਿ ਆਪਣੇ ਸ਼ਬਦ ਦੀ ਜਿਹੜੀ ਵਿਚਾਰ ਹੈ ਉਹਦਾ ਗਿਆਨ ਮੇਰੇ ਹਿਰਦੇ ਵਿੱਚ ਟਿਕਾ ਦਿੱਤਾ। ਤੇ ਜਦੋਂ ਗਿਆਨ ਆ ਗਿਆ ਤੇ ਜਿਹੜੇ ਅਗਿਆਨਤਾ ਕਰਕੇ ਦੁੱਖ ਸਨ, ਦੁੱਖ ਰੋਗ ਕਾ ਡੇਰਾ ਭੰਨਾ, ਉਹ ਚੁੱਕੇ ਗਏ, ਸਾਰੇ ਟੁੱਟ ਗਏ, ਭੱਜ ਗਏ। ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਭੰਨਾ। ਤੇ ਤੀਸਰਾ ਇਹਦਾ ਅਰਥ ਹੈ, ਜੇ ਕੁਝ ਹੋਰ ਤਰੀਕੇ ਦੇ ਨਾਲ ਬਦਲ ਕੇ ਕਰਾਂਗੇ, ਉਹ ਹੈ ਕਿ ਪਰਮਾਤਮਾ ਨੇ ਸੰਸਾਰ ਦੇ ਵਿੱਚ ਵਿਚਰਦਿਆਂ ਜਿਹੜੇ ਵਿਕਾਰ ਸਨ, ਮੈਨੂੰ ਤੰਗ ਕਰ ਰਹੇ ਸਨ, ਉਹਨਾਂ ਅੱਗੇ ਰੋਕ ਲਾ ਦਿੱਤੀ। ਬੰਨੇ ਦਾ ਅਰਥ ਤੀਸਰਾ ਰੋਕ। ਆਪਾਂ ਆਮ ਸ਼ਬਦ ਵਰਤਦੇ ਹਾਂ ਕਿ ਜਿੱਥੇ ਪਾਣੀ ਦਾ ਢਾਲ ਜ਼ਿਆਦੀ ਹੋਵੇ, ਕਹਿੰਦੇ ਜੇ ਅੱਗੇ ਬੰਨਾ ਲਾ ਦਿਓ, ਇਹਦੇ ਅੱਗੇ ਬੰਨ ਲਾ ਦਿਓ। ਸਾਚਾ ਸਾਹਿਬ ਸਦ ਮਿਹਰਬਾਨ, ਬੰਦ ਪਾਇਆ ਮੇਰੇ ਸਤਿਗੁਰ ਪੂਰੇ। ਬੰਦ ਦਾ ਅਰਥ ਵੀ ਬੰਨਾ ਹੀ ਹੈ, ਭਾਵ ਕਿ ਰੋਕ ਦਿੱਤਾ ਹੈ। ਬੰਦ ਪਾਇਆ ਮੇਰੇ ਸਤਿਗੁਰ ਪੂਰੇ, ਹੋਈ ਸਰਬ ਕਲਿਆਣ। ਤੇ ਜਦੋਂ ਸਤਿਗੁਰਾਂ ਨੇ ਬੰਦ ਲਾ ਦਿੱਤਾ ਤੇ ਆਪੇ ਕਲਿਆਣ ਹੋ ਗਈ। ਸੋ ਪਰਮੇਸ਼ਰ, ਇਸ ਤਰ੍ਹਾਂ ਬੰਨੇ ਦੇ ਤਿੰਨ ਅਰਥ ਹਨ। ਪਰਮੇਸ਼ਰ ਦਿੱਤਾ ਬੰਨਾ, ਭਾਵ ਕਿ ਸਤਿਗੁਰੂ ਨੇ ਐਸਾ ਬੰਨਾ ਲਾ ਦਿੱਤਾ ਕਿ ਹੁਣ ਮੈਨੂੰ ਜਿਹੜੇ ਵਿਕਾਰ ਹਨ ਉਹ ਤੰਗ ਨਹੀਂ ਕਰਦੇ। ਕਾਮ, ਕ੍ਰੋਧ, ਲੋਭ, ਮੋਹ ਆਦਿ ਜਿਹੜੇ ਹੰਕਾਰ ਹਨ, ਵਿਕਾਰ ਹਨ, ਹੁਣ ਮੈਨੂੰ ਤੰਗ ਪਰੇਸ਼ਾਨ ਨਹੀਂ ਕਰਦੇ। ਦੁੱਖ ਰੋਗ ਕਾ ਡੇਰਾ ਭੰਨਾ। ਤੇ ਇਹਨਾਂ ਪੰਜਾਂ ਨੇ ਇਕੱਠੇ ਹੋ ਕੇ ਜਿੱਥੇ ਡੇਰਾ ਬਣਾਇਆ ਸੀ ਨਾ, ਇਹਨਾਂ ਪੰਜਾਂ ਚੋਰਾਂ ਨੇ, ਤੇ ਸਤਿਗੁਰ ਦੇ ਗਿਆਨ ਰੂਪੀ ਪੁੱਤਰ ਨੇ ਉਹ ਡੇਰਾ ਭੰਨ ਦਿੱਤਾ ਹੈ, ਉਹ ਤੋੜ ਦਿੱਤਾ ਹੈ। ਅਨੰਦ ਕਰੇ ਨਰ ਨਾਰੀ, ਹਰ ਹਰ ਪ੍ਰਭ ਕਿਰਪਾ ਧਾਰੀ। ਤੇ ਜਦੋਂ ਸਤਿਗੁਰਾਂ ਨੇ ਆਪਣੀ ਕਿਰਪਾ ਕੀਤੀ, ਆਪਣੀ ਬਖਸ਼ਿਸ਼ ਸਾਡੇ ਉੱਤੇ ਕੀਤੀ, ਤੇ ਸੰਸਾਰ ਦੇ ਵਿੱਚ ਵਿਚਰਦਾ ਹਰ ਇੱਕ ਨਰ ਅਤੇ ਨਾਰੀ ਆਨੰਦ ਮਾਣ ਰਹੇ ਹਨ, ਆਨੰਦ ਦੇ ਵਿੱਚ ਹਨ, ਖੇੜੇ ਦੇ ਵਿੱਚ ਹਨ। ਸੰਤੋ ਸੁਖ ਹੋਆ ਸਭ ਥਾਈ, ਪਾਰ ਬ੍ਰਹਮ ਪੂਰਨ ਪਰਮੇਸ਼ਰ, ਰਵ ਰਹਿਆ ਸਭਨੀ ਜਾਈ। हे ਸੰਤ ਜਨੋ, ਹੁਣ ਹਰ ਥਾਂ ਤੇ ਮੈਨੂੰ ਸੁੱਖ ਹੀ ਸੁੱਖ ਮਹਿਸੂਸ ਹੁੰਦਾ ਹੈ। ਸੰਤੋ ਸੁਖ ਹੋਆ ਸਭ ਥਾਈ, ਪਾਰ ਬ੍ਰਹਮ ਪੂਰਨ ਪਰਮੇਸ਼ਰ। ਤੇ ਉਹ ਜਿਹੜਾ ਅਕਾਲ ਪੁਰਖ ਵਾਹਿਗੁਰੂ ਹੈ, ਪੂਰਾ ਪਰਮੇਸ਼ਰ ਹੈ, ਉਹ ਸਭ ਥਾਵਾਂ ਤੇ ਆਪ ਵਰਤ ਰਿਹਾ ਹੈ। ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ, ਹਰ ਏਕੋ ਪੁਰਖ ਸਮਾਨਾ। ਤੂੰ ਘਟ ਘਟ ਦੇ ਵਿੱਚ ਹੈ, ਜ਼ਰੇ ਜ਼ਰੇ ਦੇ ਵਿੱਚ ਤੂੰ ਵਰਤ ਰਿਹਾ ਹੈ। ਜਹ ਜਹ ਪੇਖੋਂ ਤਹ ਹਜੂਰ, ਦੂਰ ਕਤ ਹੋ ਨਾ ਜਾਈ। ਰਵ ਰਿਹਾ ਸਰਬੱਤਰ ਮੈਂ, ਮਨ ਸਦਾ ਧਿਆਈ। ਕਿ ਉਹ ਸਦਾ ਹੀ ਸਾਰਿਆਂ ਦੇ ਵਿੱਚ ਵਰਤ ਰਿਹਾ ਹੈ। ਰਹਾਉ ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ। ਤੇ ਅਕਾਲ ਪੁਰਖ ਵਾਹਿਗੁਰੂ ਵੱਲੋਂ ਭੇਜੀ ਹੋਈ ਸਤਿਗੁਰਾਂ ਦੇ ਰਾਹੀਂ ਇਹ ਜਿਹੜੀ ਬਾਣੀ ਹੈ, ਤੇ ਜਦੋਂ ਇਹ ਬਾਣੀ, ਇੱਥੇ ਧੁਰ ਕੀ ਬਾਣੀ ਆਈ ਦਾ ਅਰਥ ਹੈ ਇਹ ਨਹੀਂ ਕਿ ਅਸੀਂ ਗੁਰਦੁਆਰੇ ਆਏ, ਅਸੀਂ ਬਾਣੀ ਸੁਣੀ ਤੇ ਅਸੀਂ ਚਲੇ ਗਏ। ਸੁਣਨਾ ਪਹਿਲਾ ਸਟੈਪ ਹੈ, ਬਾਣੀ ਨਾਲ ਨਾਲ ਪੜ੍ਹਨੀ ਪਹਿਲਾ ਸਟੈਪ ਹੈ। ਤੇ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਜਪਜੀ ਸਾਹਿਬ ਦੇ ਅੰਦਰ ਇੱਕ ਵਾਕ ਅਸੀਂ ਰੋਜ਼ ਪੜ੍ਹਦੇ ਹਾਂ, ਗਾਵੀਏ ਸੁਣੀਏ ਮਨ ਰੱਖੀਏ ਭਾਵ। ਇਹ ਨਹੀਂ ਕਿ ਇਕੱਲਾ ਗਾਉਣ ਤੇ ਹੀ ਆਖਰੀ ਸਟੇਜ ਹੈ ਜਾਂ ਸੁਣਨ ਤੇ ਨਹੀਂ, ਇਹ ਗਾਉਣ ਤੋਂ ਲੈ ਕੇ ਮੰਨਣ ਤੱਕ ਦਾ ਸਫ਼ਰ ਹੈ। ਸੋ ਜਿਨ੍ਹਾਂ ਦੇ ਹਿਰਦਿਆਂ ਦੇ ਵਿੱਚ ਇਹ ਬਾਣੀ ਘਰ ਘਰ ਗਈ, ਧੁਰ ਕੀ ਬਾਣੀ ਆਈ, ਜਿਹਦੇ ਹਿਰਦੇ ਦੇ ਵਿੱਚ ਆ ਗਈ, ਕਿਉਂਕਿ ਸੰਸਾਰ ਤੇ ਬਾਣੀ ਤੇ ਪਹਿਲਾਂ ਹੀ ਮੌਜੂਦ ਹੈ, ਪਰ ਹਰੇਕ ਨੂੰ ਸੁੱਖ ਤੇ ਨਹੀਂ ਨਾ ਦਿੰਦੀ। ਸੁੱਖ ਸਿਰਫ ਉਹਨੂੰ ਹੈ ਜਿਹੜਾ ਇਹਨੂੰ ਮੰਨਦਾ ਹੈ, ਜਿਹੜਾ ਇਹਨੂੰ ਧਾਰਨ ਕਰਦਾ ਹੈ। ਚਿੰਤਾ ਕੇਵਲ ਉਸੇ ਦੀ ਮਿਟਦੀ ਹੈ ਜਿਹੜਾ ਬਾਣੀ ਦੇ ਅਨੁਸਾਰ ਜੀਵਨ ਜਿਉਂਦਾ ਹੈ। ਧੁਰ ਕੀ ਬਾਣੀ ਆਈ, ਭਾਵ ਕਿ ਜਦੋਂ ਹਿਰਦੇ ਘਰ ਦੇ ਵਿੱਚ ਇਹ ਬਾਣੀ ਆ ਗਈ, ਸਮਾ ਗਈ, ਇਹਦੇ ਅਨੁਸਾਰ ਜੀਵਨ ਜਿਉਣਾ ਸ਼ੁਰੂ ਕਰ ਦਿੱਤਾ, ਤੇ ਫਿਰ ਤਿਨ ਸਗਲੀ ਚਿੰਤ ਮਿਟਾਈ। ਚਿੰਤਾ ਰਹੀ ਕੋਈ ਨਹੀਂ।
ਫਿਰ ਕਾਹਦੀ ਚਿੰਤਾ ਜਦੋਂ ਮੱਤ ਗੁਰੂ ਦੀ ਮੱਤ ਦੇ ਵਿੱਚ ਜਾ ਰਹੀ। ਪਰ ਇੱਥੇ ਇਹ ਵੀ ਧਿਆਨ ਦੇਣਾ ਹੈ ਕਿ ਬਾਣੀ ਕੇਵਲ ਸੱਚੀ ਹੋਵੇ। ਆਓ ਸਿੱਖ ਸਤਿਗੁਰ ਕੇ ਪਿਆਰਿਓ ਗਾਵੋ ਸੱਚੀ ਬਾਣੀ। ਇਹ ਨਹੀਂ ਕਿ ਕਿਸੇ ਝੂਠੀ ਜਾਂ ਕਿਸੇ ਆਮ ਕਲਪਤ ਰਚਨਾ ਨੂੰ ਅਸੀਂ ਬਾਣੀ ਸਮਝ ਕੇ, ਕਈ ਵਾਰੀ ਅਸੀਂ ਆਮ ਦੇਖਿਆ ਹੈ ਗੁਰੂ ਘਰਾਂ ਦੇ ਵਿੱਚ ਵੀ ਜਾਂ ਹੋਰ ਅਸਥਾਨਾਂ ਤੇ ਵੀ, ਕਈ ਵਾਰੀ ਉਹ ਐਵੇਂ ਕੱਚੀ ਧਾਰਨਾ ਦੇ ਵਿੱਚ ਗਾਉਂਦੇ ਹਨ ਕਿ ਸਾਡੇ ਕੋਲ ਕੋਈ ਬਾਣੀ ਦੀ ਕਮੀ ਹੈ ਜਿਹੜਾ ਅਸੀਂ ਨਹੀਂ ਗਾ ਸਕਦੇ। ਪਰ ਫਿਰ ਵੀ ਜਾਣ ਕੇ ਤੇ ਭਾਈ ਗੁਰਦਾਸ ਜੀ ਕਹਿੰਦੇ ਹਨ, ਕਹਿੰਦੇ ਜਿਹੜਾ ਗੁਰਮੁਖ ਹੈ ਨਾ, ਗੁਰਮੁਖ ਉਹਨੂੰ ਕੇਵਲ ਸੱਚੀ ਬਾਣੀ ਹੀ ਪਾਉਂਦੀ ਹੈ। ਆਪਣੇ ਸਤਿਗੁਰ ਦੀ ਅੰਮ੍ਰਿਤ ਬਾਣੀ ਦੇ ਨਾਲ ਹੀ ਉਹ ਰਚਦਾ ਵਿਚਦਾ ਹੈ। ਤੇ ਉਹ ਕੁਝ ਉਦਾਹਰਨਾਂ ਦਿੰਦੇ ਹਨ। ਉਹਨਾਂ ਦਾ ਇੱਕ ਕਵਿਤ ਹੈ, ਕਹਿੰਦੇ ਜੈਸੇ ਅਨਚਰ ਨਰਪਤ ਕੀ ਪਛਾਨੇ ਭਾਖਾ, ਜੈਸੇ ਅਨਚਰ ਨਰਪਤ ਕੀ ਪਛਾਨੇ ਭਾਖਾ। ਅਨਚਰ ਦਾ ਅਰਥ ਹੈ ਨੌਕਰ। ਕਹਿੰਦੇ ਜਿਵੇਂ ਇੱਕ ਨੌਕਰ ਆਪਣੇ ਮਾਲਕ ਦੀ ਬੋਲੀ ਪਛਾਣਦਾ ਹੈ, ਜੇ ਕਿਤੇ ਉਹਦਾ ਮਾਲਕ ਕਿਸੇ ਪਰਦੇ ਦੇ ਓਲੇ ਜਾਂ ਕਿਸੇ ਕੋਠੇ ਤੋਂ ਖੜਾ ਥੱਲੇ ਖੜੇ ਨੌਕਰ ਨੂੰ ਵੀ ਆਵਾਜ਼ ਦੇਵੇ ਨਾ ਕਿ ਲੈ ਬਈ ਫਲਾਣਾ ਕੰਮ ਕਰ, ਜਾਂ ਫਲਾਣੀ ਜਗ੍ਹਾ ਤੇ ਜਾ ਕੇ ਆ, ਜਾਂ ਇਸ ਤਰ੍ਹਾਂ ਕਰਕੇ ਆ, ਤੇ ਉਹ ਆਪਣੇ ਮਾਲਕ ਦੀ ਬੋਲੀ ਸੁਣ ਕੇ ਸਮਝ ਜਾਂਦਾ ਹੈ ਕਿ ਮੇਰੇ ਮਾਲਕ ਦਾ ਹੁਕਮ ਹੈ ਤੇ ਇਹ ਮੇਰੇ ਵਾਸਤੇ ਹੈ। ਜੈਸੇ ਅਨਚਰ ਨਰਪਤ ਕੀ ਪਛਾਨੇ ਭਾਗਾ, ਬੋਲਤ ਬਚਨ ਖਿਨ ਬੁਝੇ ਬਿਨ ਦੇਖੀ। ਕਹਿੰਦੇ ਬਿਨਾਂ ਦੇਖਿਆ ਤੇ ਖਿਨ ਦੇ ਵਿੱਚ ਬੁਝ ਜਾਂਦਾ ਹੈ ਕਿ ਮੇਰੇ ਮਾਲਕ ਦੀ ਬੋਲੀ ਹੈ, ਮੇਰੇ ਮਾਲਕ ਦੀ ਆਵਾਜ਼ ਹੈ, ਮੇਰੇ ਮਾਲਕ ਦਾ ਸੰਦੇਸ਼ ਹੈ, ਇਸ ਤਰ੍ਹਾਂ ਮੇਰੇ ਵਾਸਤੇ ਹੈ, ਕਿਉਂਕਿ ਮੇਰੇ ਤੋਂ ਇਲਾਵਾ ਦੂਜਾ ਨੌਕਰ ਹੀ ਕੋਈ ਨਹੀਂ। ਮੇਰਾ ਨਾਮ ਨਹੀਂ ਵੀ ਇਹਨੇ ਲਿਆ ਤਾਂ ਮੈਂ ਸਮਝ ਲਵਾਂ ਮੇਰੇ ਵਾਸਤੇ ਹੀ ਹੈ। ਤੇ ਅਗਲੀ ਉਦਾਹਰਣ ਭਾਈ ਸਾਹਿਬ ਕਹਿੰਦੇ ਜੈਸੇ ਜੋਰੀ ਪਰਖ ਜਾਣਤ ਹੈ ਰਤਨ ਕੀ। ਕਹਿੰਦੇ ਜਿਵੇਂ ਇੱਕ ਜਿਹੜਾ ਜੋਰੀ ਹੈ ਨਾ, ਜੋਰੀ ਜਿਹੜਾ ਸੱਚਾ ਜੋਰੀ ਹੈ, ਵਾਕਿਆ ਹੀ ਪਾਲਤੂ ਜੋਰੀ ਹੈ, ਕਹਿੰਦੇ ਉਹ ਜਿਹੜਾ ਰਤਨ ਹੈ ਨਾ, ਉਹਦੀ ਜਿਹੜੀ ਪਰਖ ਦੂਰੋਂ ਦੇਖ ਕੇ ਹੀ ਦੱਸ ਦਿੰਦਾ ਹੈ, ਹੱਥ ਵੀ ਨਹੀਂ ਲਾਉਂਦਾ, ਦੇਖ ਕੇ। ਜੈਸੇ ਜੋਰੀ ਪਰਖ ਜਾਣਤ ਹੈ ਰਤਨ ਕੀ, ਦੇਖਦੀ ਕਹੇ ਖਰੋ ਖੋਟੋ ਰੂਪ ਦੇਖੀ। ਅਤੇ ਵੇਖਦਿਆਂ ਸਾਰੇ ਕਹਿ ਦਿੰਦਾ ਹੈ ਕਿ ਇਹ ਜਿਹੜਾ ਰਤਨ ਹੈ, ਇਹ ਜਿਹੜਾ ਹੀਰਾ ਹੈ, ਇਹ ਖਰਾ ਹੈ ਕਿ ਖੋਟਾ ਹੈ। ਤੇ ਅਗਲੀ ਉਦਾਹਰਣ ਵਿੱਚ ਭਾਈ ਸਾਹਿਬ ਕਹਿੰਦੇ ਹਨ ਜੈਸੇ ਖੀਰ ਨੀਰ ਕੋ ਨਿਬੇਰੋ ਕਰ ਜਾਣੇ ਹੰਸ। ਹੰਸ ਦੇ ਵਿੱਚ ਇੱਕ ਗੁਣ ਹੈ, ਉਹਦੀ ਜ਼ੁਬਾਨ, ਉਹਦੀ ਚੁੰਝ ਦੇ ਵਿੱਚ ਇੱਕ ਐਸਾ ਕੈਮੀਕਲ ਹੈ, ਇੱਕ ਐਸਾ ਸਤਿਗੁਰੂ ਨੇ ਉਹਨੂੰ ਪਰਖ ਕਰਨ ਵਾਸਤੇ ਇਉਂ ਕਹਿ ਲਈ ਗੁਣ ਦਿੱਤਾ ਹੈ ਕਿ ਜੇ ਕਿਤੇ ਆਪਣੀ ਜਿਹੜੀ ਚੁੰਝ ਹੈ ਉਹ ਦੁੱਧ ਵਿੱਚ ਡੁਬੋ ਦੇਵੇ ਨਾ ਤੇ ਦੁੱਧ ਫਟ ਜਾਂਦਾ ਹੈ, ਤੇ ਉਹ ਦੁੱਧ ਚੁਗ ਲੈਂਦਾ ਹੈ ਤੇ ਪਾਣੀ ਛੱਡ ਦਿੰਦਾ ਹੈ। ਜੈਸੇ ਖੀਰ ਨੀਰ ਕੋ ਨਿਬੇਰੋ ਕਰ ਜਾਣੇ ਹੰਸ, ਰਾਖੀਏ ਮਲਾਏ ਭਿੰਨ ਭਿੰਨ ਕੇ ਸਰੇਖ ਹੀ। ਤੇ ਉਹ ਦੁੱਧ ਨੂੰ ਅਤੇ ਪਾਣੀ ਨੂੰ ਵੱਖਰਾ ਵੱਖਰਾ ਕਰਕੇ ਰੱਖ ਦਿੰਦਾ ਹੈ। ਭਿੰਨ ਭਿੰਨ ਸਰੇਖ ਭਾਵ ਕਿ ਖਾਲਸ ਦੁੱਧ ਨੂੰ ਵੱਖਰਾ ਅਤੇ ਪਾਣੀ ਨੂੰ ਵੱਖਰਾ। ਤੇ ਹੁਣ ਅਗਲੀ ਉਦਾਹਰਣ ਵਿੱਚ ਭਾਈ ਸਾਹਿਬ ਕਹਿੰਦੇ ਹਨ ਤੈਸੇ ਗੁਰ ਸ਼ਬਦ ਸੁਨਤ ਪਹਿਚਾਨੇ ਸਿੱਖ। ਕਹਿੰਦੇ ਇਸੇ ਤਰ੍ਹਾਂ ਜਿਹੜਾ ਗੁਰੂ ਦਾ ਸੱਚਾ ਸਿੱਖ ਹੈ ਉਹ ਆਪਣੇ ਗੁਰੂ ਦੀ ਸੱਚੀ ਬਾਣੀ ਨੂੰ ਸੁਣ ਕੇ ਪਛਾਣ ਲੈਂਦਾ ਹੈ। ਤੈਸੇ ਗੁਰ ਸ਼ਬਦ ਕੋ ਸੁਨਤ ਪਹਿਚਾਨੇ ਸਿੱਖ, ਆਨ ਬਾਣੀ ਪ੍ਰਿਥਵੀ ਨਾ ਗਲਤ ਹੈ ਲੇਖ ਹੀ। ਤੇ ਉਹ ਜਿਹੜੀ ਕੋਈ ਦੂਜੀ ਬਾਣੀ ਹੈ ਉਹਨੂੰ ਸਤਿਗੁਰ ਦੀ ਰਚਨਾ ਨਾ ਜਾਣਦਿਆਂ ਉਹਨੂੰ ਕਿਸੇ ਲੇਖੇ ਵਿੱਚ, ਕਿਸੇ ਗਿਣਤੀ ਵਿੱਚ ਨਹੀਂ ਗਿਣਦਾ। ਇਸੇ ਤਰ੍ਹਾਂ ਧੁਰ ਕੀ ਬਾਣੀ ਆਈ ਕਿ ਜਿਹੜੀ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਸੱਚੀ ਬਾਣੀ ਆ ਗਈ, ਜਿਨ੍ਹਾਂ ਨੇ ਸੱਚੀ ਬਾਣੀ ਨੂੰ ਧਾਰਨ ਕਰ ਲਿਆ, ਧੁਰ ਕੀ ਬਾਣੀ ਆਈ ਤੈਨ ਸਗਲੀ ਚਿੰਤ ਮਿਟਾਈ। ਦਇਆਲ ਪੁਰਖ ਮਿਹਰਵਾਨਾ। ਉਹ ਜਿਹੜਾ ਪ੍ਰਭੂ ਹੈ ਉਹ ਦਇਆ ਦਾ ਘਰ ਹੈ, ਉਹ ਸਦਾ ਹੀ ਮਿਹਰਬਾਨ ਹੈ, ਬਖਸ਼ਿੰਦ ਹੈ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜ਼ਫਰਨਾਮੇ ਦੇ ਇੱਕ ਸ਼ੇਰ ਵਿੱਚ ਕਹਿੰਦੇ ਹਨ ਜ਼ਹਾਂ ਪਾਕ ਜ਼ੀਰਸਤ ਜ਼ਾਹਿਰ ਜ਼ਹੂਰ, ਅਤਾ ਬਿਦ ਹਦ ਹਮ ਚੋ ਹਾਜ਼ਰ ਹਜ਼ੂਰ। ਕਿ ਉਹ ਜਿਹੜਾ ਅਕਾਲ ਪੁਰਖ ਵਾਹਿਗੁਰੂ ਹੈ ਉਹ ਆਪਣੇ ਸਾਜੇ ਇਸ ਜਗ ਦੇ ਪ੍ਰਪੰਚ ਤੋਂ ਉੱਪਰ ਬੜਾ ਪਾਕ ਹੈ। ਜ਼ਹਾਂ ਪਾਕ ਜ਼ੀਰਸਤ ਜ਼ਾਹਿਰ ਜ਼ਹੂਰ, ਅਤਾ ਬਿਦ ਹਦ, ਉਹ ਸਦਾ ਹੀ ਬੜਾਈਆਂ ਦੇਣ ਵਾਲਾ ਹੈ। ਅਤਾ ਬਿਦ ਹਦ ਹਮ ਚੋ ਹਾਜ਼ਰ ਹਜ਼ੂਰ, ਅਤੇ ਹਾਜ਼ਰ ਨਾਜ਼ਰ ਹੈ। ਹਰ ਨਾਨਕ ਸਾਚ ਵਖਾਨਾ। ਤੇ ਜਦੋਂ ਸਤਿਗੁਰ ਨੇ ਕਿਰਪਾ ਕੀਤੀ ਤੇ ਉਹਨੇ ਸੱਚੇ ਪ੍ਰਭੂ ਦੇ ਦਰਸ਼ਨ ਕਰਵਾ ਦਿੱਤੇ, ਸੱਚੇ ਪ੍ਰਭੂ ਦੇ ਨਾਲ ਮਿਲਾ ਦਿੱਤਾ। ਸੋ ਆਓ ਇੱਥੇ ਹੀ ਇਸ ਪਾਵਨ ਸ਼ਬਦ ਦੀ ਸੰਪੂਰਨਤਾ ਹੈ ਅਤੇ ਸਮੇਂ ਦੀ ਵੀ ਸਮਾਪਤੀ ਹੈ। ਗੁਰਬਾਣੀ ਦੇ ਇਸ ਪਾਵਨ ਸ਼ਬਦ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਸਤਿਗੁਰੂ ਜੀ ਬਖਸ਼ਣਯੋਗ ਹਨ। ਆਪ ਗੁਰੂ ਸੰਗਤ ਬਖਸ਼ਣਯੋਗ ਹੋ, ਸੋ ਬਖਸ਼ ਦੇਣੀਆਂ ਜੀ ਅਸੀਸ ਬਖਸ਼ਿਸ਼ ਕਰਨੀ। ਸੋ ਆਓ ਗੁਰੂ ਬਖਸ਼ੀ ਫਤਿਹ ਦੀ ਸਾਂਝ ਕਰੀਏ। ਵਾਹਿਗੁਰੂ ਜੀ ਕਾ